हाँ जी पंजाबियों ठीक हो। पंजाब पब्लिक सर्विस कमीशन ने पंजाब ਦੇ ਵਿੱਚ ਨਾਇਬ ਤਹਿਸੀਲਦਾਰ ਬਣਨ ਦਾ ਸਟੂਡੈਂਟਸ ਨੂੰ ਇੱਕ ਹੋਰ ਸੁਨਹਿਰਾ ਮੌਕਾ ਦਿੱਤਾ ਹੈ। 18 ਜੂਨ ਨੂੰ ਪੀਪੀਐਸਸੀ ਨਾਇਬ ਤਹਿਸੀਲਦਾਰ ਦਾ ਪੇਪਰ ਰੀਕੰਡਕਟ ਕਰਵਾਏਗੀ। ਆਇਆ ਤਾਂ ਮੈਂ ਗੱਲ ਕਰਨ ਤੁਹਾਡੇ ਨਾਲ ਨਾਇਬ ਤਹਿਸੀਲਦਾਰ ਦੇ ਪੇਪਰ ਦੀਆਂ, ਬਟ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਹਰਿਆਣਾ ਐਚਸੀਐਸ ਦਾ ਕਿੱਸਾ ਸ਼ੇਅਰ ਕਰਨਾ ਚਾਹੁੰਦਾ। ਹਰਿਆਣਾ ਨੇ ਵੀ HPSC ਨੇ ਵੀ 2021 ਦੇ ਵਿੱਚ HCS ਦੀ ਨੋਟੀਫਿਕੇਸ਼ਨ ਕੱਢੀ। ਉਸ ਤੋਂ ਬਾਅਦ ਬੱਚਿਆਂ ਨੇ ਜ਼ੋਰ ਸ਼ੋਰ ਨਾਲ ਤਿਆਰੀ ਕੀਤੀ ਤੇ ਆਪਣਾ ਪ੍ਰੀਲਿਮਸ ਦਾ ਪੇਪਰ ਦਿੱਤਾ। ਪ੍ਰੀਲਿਮਸ ਦਾ ਰਿਜ਼ਲਟ ਆ ਗਿਆ, ਬੱਚਿਆਂ ਨੇ ਮੇਨਸ ਦੀ ਤਿਆਰੀ ਕਰਨੀ ਸ਼ੁਰੂ ਕਰਤੀ। ਬਟ ਉਸ ਪੇਪਰ ਦੇ ਵਿੱਚ ਕੁਝ ਗੜਬੜੀਆਂ ਪਾਈਆਂ ਗਈਆਂ, ਇਸ ਕਰਕੇ ਉਹ ਪੇਪਰ ਹੋਇਆ ਕੈਂਸਲ। ਉਸ ਤੋਂ ਬਾਅਦ ਹਰਿਆਣਾ ਨੇ ਦੁਬਾਰਾ ਪੇਪਰ ਕੰਡਕਟ ਕਰਵਾਇਆ। ਬਹੁਤ ਸਾਰੇ ਇਦਾਂ ਦੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਪਹਿਲੀ ਵਾਰ ਪੇਪਰ ਦਿੱਤਾ, ਉਹਨਾਂ ਦਾ ਜਾਂ ਹੋ ਗਿਆ ਜਾਂ ਨਹੀਂ ਹੋਇਆ, ਪਰ ਉਹ ਡੀਮੋਰਲਾਈਜ਼ ਹੋ ਗਏ। ਕੋਈ ਵੀ ਹੋ ਜਾਏਗਾ, ਜੇ ਕਿਸੇ ਨੇ ਵੀ ਮੰਨ ਲਓ ਆਪਣੇ ਆਫਿਸ ਤੋਂ 4 ਮਹੀਨੇ ਛੁੱਟੀਆਂ ਲਿੱਤੀਆਂ ਜਾਂ ਕੋਈ ਵੀ ਪਰਸਨ ਆਪਣੀ 20s ਦੀ ਏਜ ਜਿਹੜੀ ਕਰੀਅਰ ਬਣਾਉਣ ਦੀ ਏਜ ਹੁੰਦੀ ਹੈ ਜਾਂ 30s ਜਾਂ 20s, ਉਸ ਟਾਈਮ 1 ਸਾਲ ਰੂਮ 'ਚ ਬਹਿ ਕੇ ਤਿਆਰੀ ਕਰ ਰਿਹਾ ਹੈ ਤੇ ਬਾਅਦ 'ਚ ਉਹਨੂੰ ਪਤਾ ਲੱਗੇ ਵੀ ਜਿਹੜਾ ਰਿਜ਼ਲਟ ਆਇਆ ਹੈ ਉਹ ਮੈਨੂਪੂਲੇਟਡ ਹੈ, ਤਾਂ ਆਫ ਕੋਰਸ ਐਨੀ ਸਟੂਡੈਂਟ ਵਿਲ ਫੀਲ ਡਿਸਕਰੇਜਡ। ਬਟ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਸੀਗੇ ਜਿਹੜੇ ਦੁਬਾਰਾ ਜਦੋਂ ਪੇਪਰ ਹੋਇਆ ਤਾਂ ਉਹ ਦੇਣ ਨਹੀਂ ਗਏ ਜਾਂ ਦੁਬਾਰਾ ਉਹਨਾਂ ਨੇ ਤਿਆਰੀ ਨਹੀਂ ਕੀਤੀ। ਕੁਝ ਸਟੂਡੈਂਟ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਆਪਣਾ ਮੂਲ ਮੰਤਰ ਬਣਾਇਆ ਹੋਇਆ ਵੀ ਯਾਰ ਕਰਮ ਕਰੋ ਫਲ ਕੀ ਇੱਛਾ ਨਾ ਕਰੋ। ਅਸੀਂ ਬੱਚੇ 2 ਚੀਜ਼ਾਂ ਕਰ ਸਕਦੇ ਹਾਂ। ਪਹਿਲੀ ਚੀਜ਼ ਤਾਂ ਜਿਹੜੀ ਏਜੰਸੀਜ਼ ਪੇਪਰ ਲੈਂਦੀਆਂ ਨੇ, ਜਿਵੇਂ PPSC ਹੈ, HPSC ਹੈ, ਇਹਨਾਂ ਨੂੰ ਅਸੀਂ ਰਿਕੁਐਸਟ ਕਰ ਸਕਦੇ ਹਾਂ, ਇਹਨਾਂ ਨੂੰ ਅਸੀਂ ਬੜੇ ਸੌਫਟਲੀ ਪ੍ਰੈਸ਼ਰਾਈਜ਼ ਵੀ ਕਰ ਸਕਦੇ ਹਾਂ ਜਾਂ ਇਨਫੈਕਟ ਥੋੜਾ ਸਟਰੋਂਗਲੀ ਵੀ ਰਿਕੁਐਸਟ ਕਰ ਸਕਦੇ ਹਾਂ ਵੀ ਜਿੰਨੇ ਵੀ ਸੇਫ ਗਾਰਡਸ ਹੁੰਦੇ ਨੇ ਉਹ ਸਾਰੇ ਯੂਜ਼ ਕੀਤੇ ਜਾਣ ਜਦੋਂ ਪੇਪਰ ਕੰਡਕਟ ਕਰਵਾਇਆ ਜਾਂਦਾ ਹੈ। ਫੋਰ ਐਗਜ਼ਾਮਪਲ ਜੈਮਰਸ ਯੂਜ਼ ਕੀਤੇ ਜਾਣ, OMR ਸ਼ੀਟ ਦਾ ਪੈਟਰਨ ਚੇਂਜ ਕੀਤਾ ਜਾਵੇ ਤਾਂ ਕਿ ਕੋਈ ਵੀ ਆਪਣੀ ਸ਼ੀਟ ਖਾਲੀ ਨਾ ਛੱਡ ਕੇ ਜਾ ਸਕੇ, ਵੀਡੀਓਗ੍ਰਾਫੀ ਹੋਵੇ, ਫੋਟੋਜ਼ ਹੋਣ, ਇੱਦਾਂ ਦੀ ਚੀਜ਼ਾਂ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਉਹ ਸਾਰੇ ਇੱਦਾਂ ਦੇ ਫੈਕਟਰਸ ਨੂੰ ਇੰਪਲੀਮੈਂਟ ਕਰਨ। ਦੂਜਾ, ਵਿਦਆਊਟ ਗੈਟਿੰਗ ਡੀਮੋਰਲਾਈਜ਼ਡ ਅਸੀਂ ਆਪਣੀ ਪ੍ਰੈਪਰੇਸ਼ਨ ਨੂੰ ਕੰਟੀਨਿਊ ਕਰ ਸਕਦੇ ਹਾਂ। ਹਰਿਆਣਾ ਦੇ ਵਿੱਚ ਇਹੀ ਚੀਜ਼ ਹੋਈ। ਬੱਚਿਆਂ ਨੇ ਵੀ ਸਰਕਾਰ ਤੇ ਪ੍ਰੈਸ਼ਰ ਬਣਾਇਆ, ਇੰਸਟੀਟਿਊਟਸ ਨੇ ਵੀ ਸਰਕਾਰ ਨੂੰ ਰਿਕੁਐਸਟ ਕੀਤੀ ਤੇ ਫਾਈਨਲੀ ਹਰਿਆਣਾ ਨੇ ਸੇਫਟੀ ਮੈਜਰਸ ਵੀ ਯੂਜ਼ ਕੀਤੇ। OMR ਸ਼ੀਟ ਦਾ ਪੈਟਰਨ ਚੇਂਜ ਹੋਇਆ, ਜਿਹੜੀ ਸੈਂਟਰਸ ਦੇ ਵਿੱਚ ਵਿਜੀਲੈਂਸ ਸੀਗੀ ਉਹ ਵੀ ਵਧਾਈ ਗਈ। ਇਵੈਂਚੁਅਲੀ ਉਹ ਪੇਪਰ ਦੁਬਾਰਾ ਹੋਇਆ। ਦੁਬਾਰਾ ਪੇਪਰ ਹੋਇਆ ਪ੍ਰੀਲਿਮਸ ਦਾ, ਫਿਰ ਮੇਨਸ ਦਾ, ਫਿਰ ਇੰਟਰਵਿਊ ਦਾ। ਸਾਡੇ ਲਈ ਪਰਸਨਲੀ ਵੀ ਇੱਕ ਪ੍ਰਾਊਡ ਮੂਮੈਂਟ ਸੀਗਾ ਕਿ ਫਾਈਨਲੀ 22 ਤੋਂ ਵੱਧ 22+ ਸਟੂਡੈਂਟਸ ਇੱਦਾਂ ਦੇ ਸੀਗੇ ਜਿਹੜੇ ਹਰਿਆਣਾ HCS ਦੇ ਥਰੂ SDM ਸਿਲੈਕਟ ਹੋਏ, ਜਿਹੜੇ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਓਵਰਆਲ ਮੋਰ ਦੈਨ 70+ ਸਿਲੈਕਸ਼ਨਸ ਹੋਈਆਂ ਹਰਿਆਣਾ HCS ਦੇ ਵਿੱਚ। ਉਹ BDO ਹੋ ਗਏ, ETO ਹੋ ਗਏ, DSP ਹੋ ਗਏ ਤੇ ਆਪਣਾ SDMs ਐਂਡ ਸੋ ਔਨ। ਮੈਂ ਸਟੋਰੀ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿਉਂਕਿ ਨਾਇਬ ਤਹਿਸੀਲਦਾਰ ਦੇ ਵਿੱਚ ਵੀ ਤਾਂ ਇਦਾਂ ਹੀ ਹੋਇਆ। ਬੱਚਿਆਂ ਨੇ 2021 ਤੋਂ ਤਿਆਰੀ ਕਰਨੀ ਸ਼ੁਰੂ ਕੀਤੀ, ਕਈਆਂ ਨੇ ਤਾਂ 2020 ਤੋਂ ਕੀਤੀ ਹੋਈ ਸੀਗੀ ਵੀ ਯਾਰ ਹੁਣ ਨਾਇਬ ਤਹਿਸੀਲਦਾਰ ਦਾ ਵੀ ਪੇਪਰ ਆਊਗਾ। ਪੂਰਾ 20, ਪੂਰਾ 21, ਪੂਰਾ ਅੱਧਾ 22, ਉਸ ਤੋਂ ਬਾਅਦ 22 ਦੇ ਵਿੱਚ ਪੇਪਰ ਹੋਇਆ। ਫਾਈਨਲੀ ਰਿਜ਼ਲਟ ਆਇਆ। ਕੁਝ ਕੁ ਮਾਇਨਿਆਂ ਦੇ ਵਿੱਚ ਉਹ ਰਿਜ਼ਲਟ ਚੇਤਨ ਭਾਰਤ ਲਰਨਿੰਗ ਲਈ ਸਾਡੇ ਲਈ ਕਾਫੀ ਇਨਕਰੇਜਿੰਗ ਸੀਗਾ ਕਿਉਂਕਿ 30 ਤੋਂ ਵੱਧ ਇਹੋ ਜਿਹੇ ਸਟੂਡੈਂਟ ਸੀਗੇ ਜਿਨ੍ਹਾਂ ਦਾ ਪੇਪਰ ਕਲੀਅਰ ਹੋਇਆ ਤੇ ਉਹ ਸਾਡੇ ਨਾਲ ਐਸੋਸੀਏਟਡ ਸੀਗੇ। ਬਟ ਐਟ ਦ ਸੇਮ ਟਾਈਮ ਇਟ ਵਾਸ ਡਿਸਹਾਰਟਨਿੰਗ ਟੂ ਨੋ ਕਿ ਪੇਪਰ ਦੇ ਵਿੱਚ ਕੁਝ ਗੜਬੜੀਆਂ ਵੀ ਹੋਈਆਂ। ਬਟ ਇੱਕ ਚੰਗੀ ਗੱਲ ਇਹ ਹੈ ਕਿ ਸਰਕਾਰ ਨੇ ਉਸ ਪੇਪਰ ਨੂੰ ਦੁਬਾਰਾ ਰੀਕੰਡਕਟ ਕਰਾਉਣ ਦਾ ਫੈਸਲਾ ਲਿੱਤਾ ਹੈ। ਚੰਗਾ ਹੁੰਦਾ ਜੇ ਸਰਕਾਰ ਰੀ-ਐਡਵਰਟਾਈਜ਼ ਵੀ ਕਰ ਦਿੰਦੀ, ਬਹੁਤ ਸਾਰੇ ਸਟੂਡੈਂਟ ਜਿਹੜੇ ਉਸ ਟਾਈਮ ਉਹ ਪੇਪਰ ਫਿਲ ਨਹੀਂ ਕਰ ਸਕੇ ਉਹ ਵੀ ਉਸ ਪੇਪਰ ਨੂੰ ਫਿਲ ਕਰ ਸਕਦੇ। ਆਸ਼ਾ ਕੀਤੀ ਜਾਂਦੀ ਹੈ, ਉਮੀਦ ਕੀਤੀ ਜਾਂਦੀ ਹੈ ਵੀ ਜਿਹੜਾ ਹੁਣ ਪੇਪਰ ਹੋਏਗਾ ਉਹ ਫੇਅਰਲੀ ਹੋਏਗਾ। ਸਰਕਾਰ ਸਾਰੇ ਸੇਫਗਾਰਡਸ, ਸਾਰੇ ਮੈਜਰਸ ਯੂਜ਼ ਕਰੇਗੀ। ਮੈਂ ਹਰਿਆਣਾ HCS ਦਾ ਕੇਸ ਤੁਹਾਡੇ ਨਾਲ ਇਸ ਕਰਕੇ ਡਿਸਕਸ ਕੀਤਾ ਹੈ ਕਿਉਂਕਿ ਬੱਚੇ ਦੇਖੋ ਹਰਿਆਣਾ HCS ਦੇ ਵਿੱਚ ਵੀ ਦੁਬਾਰਾ ਰੀ-ਐਡਵਰਟਾਈਜ਼ ਨਹੀਂ ਹੋਇਆ, ਤਾਂ ਉਹ ਬੱਚਾ ਜਿਹਨੇ ਫਾਈਨਲੀ ਹੁਣੇ ਪੇਪਰ ਕਲੀਅਰ ਕੀਤਾ ਹੈ ਉਹਨੇ ਪਹਿਲੀ ਵਾਰ ਵੀ ਪੇਪਰ 2 ਸਾਲ ਪਹਿਲਾਂ ਭਰਿਆ ਹੋਣਾ, ਫਿਰ ਸਾਲ ਉਹਨੇ ਤਿਆਰੀ ਕੀਤੀ ਹੋਣੀ, ਫਿਰ ਪੇਪਰ ਦਿੱਤਾ, ਫਿਰ ਉਹ ਪੇਪਰ ਦੇ ਵਿੱਚ ਗੜਬੜੀਆਂ ਆਈ ਪਰ ਉਹ ਡੀਮੋਰਲਾਈਜ਼ ਨਹੀਂ ਹੋਇਆ, ਡਿਸਕਰੇਜਡ ਨਹੀਂ ਹੋਇਆ। ਉਹਨੇ ਦੁਬਾਰਾ ਤਿਆਰੀ ਕੀਤੀ, ਆਪਣੀ ਮਿਹਨਤ ਪ੍ਰੋਪਰਲੀ ਕੀਤੀ। ਫਾਈਨਲੀ ਦੇ ਗॉट ਇਨਟੂ ਦੀ ਹਰਿਆਣਾ HCS ਸਰਵਿਸਿਜ਼। ਇਨਫੈਕਟ ਆਪਣੇ ਪੰਜਾਬ ਦਾ ਹੀ ਮੁੰਡਾ ਹੈ, ਇੱਥੇ ਸਾਡੇ ਮੋਹਾਲੀ ਤੋਂ ਨੇੜੇ ਖਰੜ ਪੈਂਦਾ, ਇੱਥੇ ਇੱਕ ਪਿੰਡ ਹੈਗਾ ਜੰਤੀ ਮਾਜਰੀ, ਇੱਥੇ ਦਾ ਮੁੰਡਾ, ਪੰਜਾਬ ਦਾ ਮੁੰਡਾ ਹਰਿਆਣਾ HCS ਦੇ ਵਿੱਚ ਰੈਂਕ 1 ਕੱਢ ਕੇ ਲੈ ਕੇ ਆਇਆ। ਤੇ ਹੋਰ ਵੀ ਮੇਰੇ ਸਟੂਡੈਂਟ ਨੇ ਜਿਹੜੇ ਪੰਜਾਬ ਦੇ ਨੇ ਤੇ ਉਹਨਾਂ ਨੇ ਹਰਿਆਣਾ HCS ਦਾ ਪੇਪਰ ਕਲੀਅਰ ਕੀਤਾ ਹੈ। ਤਾਂ ਅਗੇਨ ਜੇ ਤੁਸੀਂ ਫਾਰਮ ਭਰਿਆ ਸੀਗਾ ਤੇ ਮੈਂ ਦੁਬਾਰਾ ਹੀ ਸੁਜੈਸਟ ਕਰਾਂਗਾ ਕਿ ਹਿੰਮਤ ਨਾ ਹਾਰੋ, ਦੁਬਾਰਾ ਪੁੱਲ ਯੋਰ ਸੌਕਸ ਅਪ, ਚੰਗੀ ਤਰ੍ਹਾਂ ਆਪਾਂ ਤਿਆਰੀ ਕਰਨੀ ਸ਼ੁਰੂ ਕਰੀਏ। ਪਿਛਲੀ ਵਾਰ ਜਦੋਂ ਪੇਪਰ ਹੋਇਆ ਸੀਗਾ ਤਾਂ ਆਪਾਂ ਦਿਨ ਰਾਤ ਇੱਕ ਕਰਕੇ ਲੈਕਚਰਸ ਵੀ ਅਪਲੋਡ ਕੀਤੇ ਤੇ ਸਟੂਡੈਂਟਸ ਨੇ ਵੀ, ਅਸੀਂ ਜੇ 4 ਅਪਲੋਡ ਕੀਤੇ ਤਾਂ ਸਟੂਡੈਂਟ ਨੇ 6 ਹੀ ਮੰਗਿਆ ਕਿਉਂ ਵੀ ਸਰ ਇਹ ਵੀ ਕਰਾ ਦਿਓ, ਇਹ ਵੀ ਕਰਾ ਦਿਓ। ਸੋ ਇਟ ਵਾਸ ਵੈਰੀ ਇਨਕਰੇਜਿੰਗ two-way ਥਿੰਗ ਕਿ we were also doing this much, students were asking for this much, we were doing this much, students were asking for this much. Similarly ਆਪਾਂ thousands and thousands of MCQs ਪ੍ਰੈਕਟਿਸ ਕੀਤੀਆਂ। ਹੁਣ ਅਗਲੇ 3 ਮਹੀਨੇ ਇਸ ਵਾਰ ਜਿਹੜਾ ਹੁਣ ਪੇਪਰ ਹੋਣਾ ਹੈ ਉਸ ਲਈ ਅਗਲੇ 3 ਮਹੀਨੇ ਕੀ ਕੀਤਾ ਜਾਵੇ, ਆਪਣੀ ਸਟ੍ਰੈਟਜੀ ਕੀ ਹੋਵੇ। ਅਸੀਂ ਇਹ ਪਲਾਨ ਕੀਤਾ CBL ਦੇ ਵਿੱਚ ਵੀ ਜਿੱਦਾਂ ਅਸੀਂ ਪਿਛਲੀ ਵਾਰ ਤੁਹਾਨੂੰ ਇੱਥੇ ਬੁਲਾ ਕੇ
ਆਫਲਾਈਨ ਐਜ਼ ਵੈਲ ਐਜ਼ ਆਨਲਾਈਨ MCQs ਕਰਵਾਏ ਸੀਗੇ, ਉਦਾਂ ਹੀ ਅਸੀਂ MCQs ਕਰਵਾਉਣਾ ਚਾਹੁੰਦੇ ਹਾਂ ਤੁਹਾਨੂੰ। ਪਿਛਲੀ ਵਾਰ ਵੀ ਜੇ ਤੁਸੀਂ ਹਲੇ ਵੀ ਉਸ ਜਿਹੜਾ ਸੀ MCQs ਕਰਾਏ ਸੀਗੇ ਫ੍ਰੀ ਆਫ ਕਾਸਟ ਕਰਾਏ ਸੀਗੇ, ਅੱਜ ਵੀ YouTube ਤੇ ਵੀਡੀਓਜ਼ ਪਈਆਂ ਨੇ, ਤੁਸੀਂ ਉਹ ਵੀਡੀਓ ਜਾ ਕੇ ਵੇਖ ਲਓ ਤੇ ਉਸ ਤੋਂ ਬਾਅਦ 3 ਹਫ਼ਤਿਆਂ ਬਾਅਦ ਜਿਹੜਾ ਐਕਚੁਅਲ ਨਾਇਬ ਤਹਿਸੀਲਦਾਰ ਦਾ ਪੇਪਰ ਹੋਇਆ ਸੀ ਉਹ ਜਾ ਕੇ ਵੇਖ ਲਓ। ਐਜ਼ ਇਟ ਇਜ਼ ਬਾਈ ਕਰੰਟ ਅਫੇਅਰਸ ਦੇ ਕੁਐਸਚਨ 22 ਕੁਐਸਚਨਸ ਵਰ ਐਜ਼ ਇਟ ਇਜ਼ देयर ਇਨ ਦੀ ਫਾਈਨਲ ਲਿਸਟ। ਮੇਰੀ ਗੱਲ ਨਾ ਮੰਨੋ, ਜਾਓ ਸਾਡੇ ਚੈਨਲ ਤੇ ਪੁਰਾਣੀਆਂ ਨਾਇਬ ਤਹਿਸੀਲਦਾਰ ਦੀ ਵੀਡੀਓਜ਼ ਪਈਆਂ ਨੇ ਉਹ ਵੇਖ ਲਓ ਤੇ ਉਸ ਤੋਂ ਬਾਅਦ ਦੀ ਡੇਟ 'ਚ ਜਿਹੜਾ ਪੇਪਰ ਹੋਇਆ ਉਹ ਜਾ ਕੇ ਚੈੱਕ ਕਰ ਲਓ। ਸੇਮ ਥਿੰਗ ਆਈ ਪ੍ਰੋਮਿਸ ਯੂ ਦਿਸ ਟਾਈਮ। ਅਸੀਂ ਤੁਹਾਨੂੰ ਇੱਕ ਮੋਡਿਊਲ ਬਣਾ ਕੇ ਦੇ ਰਹੇ ਹਾਂ, 90 ਦਿਨਾਂ ਦੀ ਸਟ੍ਰੈਟੇਜੀ ਹੈ, ਆਫਲਾਈਨ ਵੀ ਹੈਗਾ ਤੇ ਆਨਲਾਈਨ ਵੀ ਹੈਗਾ। ਆਫਲਾਈਨ ਮੋਹਾਲੀ ਦੇ ਵਿੱਚ ਸਾਡਾ ਸੈਂਟਰ ਹੈ 에ਅਰਪੋਰਟ ਦੇ ਨੇੜੇ, ਤੇ ਆਨਲਾਈਨ ਤਾਂ ਸਾਡੀ ਐਪ ਹੈਗੀ ਹੈ, ਵੈਬਸਾਈਟ ਹੈਗੀ ਹੈ, ਸੋ ਯੂ ਕੈਨ ਕਾਲ ਅਸ। ਡੇਲੀ ਵੀ ਵਿਲ ਕਵਰ MCQs ਵਿਦ ਯੂ। ਤਕਰੀਬਨ 35 ਸਟੈਟਿਕ ਦੇ, 20 ਕਰੰਟ ਦੇ ਤੇ 25-30 ਦੇ ਨੇੜੇ ਤੇੜੇ CSAT ਦੇ। ਅਸੀਂ ਡੇਲੀ 6 ਦਿਨ ਐਵਰੀ ਵੀਕ 6 ਡੇਜ਼ ਅ ਵੀਕ ਅਸੀਂ ਤੁਹਾਨੂੰ MCQs ਕਰਾਵਾਂਗੇ, ਆਫਲਾਈਨ ਐਜ਼ ਵੈਲ ਐਜ਼ ਆਨਲਾਈਨ। ਫॉर 90 ਡੇਜ਼ ਯੂ ਡੂ ਦੈਟ। ਹੁਣ ਉਹ ਜਿਹੜੇ MCQs ਕਰਾਏ ਜਾਣਗੇ ਉਹ ਸਬਜੈਕਟ ਵਾਈਜ਼ ਹੋਣਗੇ। ਤਾਂ ਫॉर ਐਗਜ਼ਾਮਪਲ ਮੰਨ ਲਓ ਮੈਂ ਜੀਓਗ੍ਰਾਫੀ ਤੋਂ ਸ਼ੁਰੂ ਕੀਤਾ, ਮੈਂ 10 ਦਿਨ ਜੀਓਗ੍ਰਾਫੀ ਦੇ MCQs ਕੀਤੇ, ਮੈਨੂੰ ਪਤਾ ਲੱਗ ਗਿਆ ਵੀ ਯਾਰ ਇਹ ਮੈਂ ਤਕਰੀਬਨ ਮੰਨ ਲਓ ਜੇ ਆਪਾਂ ਡੇਲੀ 50 MCQs ਜੀਓਗ੍ਰਾਫੀ ਦੇ ਕਰ ਰਹੇ ਹਾਂ, ਅਰੇ ਮੈਂ 500 MCQs ਜੀਓਗ੍ਰਾਫੀ ਦੇ ਕਰ ਲਏ। ਜੇ ਤੁਸੀਂ ਪਿਛਲੀ ਵਾਰ ਵਾਲਾ ਪੇਪਰ ਚੈੱਕ ਕੀਤਾ ਹੋਣਾ, 19-20 ਕੁਐਸਚਨ ਇਦਾਂ ਦੇ ਸੀਗੇ ਜਿਹੜੇ ਜੀਓਗ੍ਰਾਫੀ এনवायरमेंट ਤੋਂ ਸੀਗੇ। ਇਨਫੈਕਟ ਪਿਛਲੇ 1.5 ਸਾਲ ਤੋਂ ਜੇ ਤੁਸੀਂ ਪੰਜਾਬ ਦੇ ਪੇਪਰ ਫੋਲੋ ਕਰ ਰਹੇ ਹੋ, ਜੀਓਗ੍ਰਾਫੀ এনवायरमेंट ਤੇ ਦੁਆਲੇ ਹੋਏ ਹੋਏ ਨੇ। ਪਿਛਲੀ ਵਾਰ ਜਿਹੜਾ ਨਾਇਬ ਤਹਿਸੀਲਦਾਰ ਦਾ ਪੇਪਰ ਆਇਆ ਸੀਗਾ, ਸਟੈਟਿਕ ਇਕਨੋਮੀ ਦੇ 4 ਕੁਐਸਚਨ ਸੀਗੇ, ਸਟੈਟਿਕ ਪੋਲਿਟੀ ਦੇ 5 ਕੁਐਸਚਨ ਸੀਗੇ, ਸਟੈਟਿਕ ਸਾਇੰਸ ਦੇ 4-5 ਕੁਐਸਚਨ ਸੀਗੇ, ਕੁਐਸਚਨ 12-13 ਹਿਸਟਰੀ ਦੇ ਸੀਗੇ, ਜੀਓਗ੍ਰਾਫੀ এনवायरमेंट ਦੇ 20 ਦੇ ਨੇੜੇ-ਤੇੜੇ ਕੁਐਸਚਨ ਸੀਗੇ, ਇਕਨੋਮੀ ਦੇ ਹੋਰ ਵੀ ਕੁਐਸਚਨ ਸੀਗੇ, ਪੋਲਿਟੀ ਦੇ ਸੀਗੇ, ਪਰ ਉਹ ਕਰੰਟ ਨਾਲ ਜੋੜ ਕੇ ਵੇਖੇ ਜਾਣੇ ਚਾਹੀਦੇ ਨੇ। ਜੇ ਸਟੈਟਿਕ ਦੀ ਗੱਲ ਕਰੀਏ ਤਾਂ ਹਾਰਡਲੀ 4 ਕੁਐਸਚਨ। ਹਾਲਾਂਕਿ ਕੋਈ ਥੰਬ ਰੂਲ ਨਹੀਂ ਹੈਗਾ, ਹੋ ਸਕਦਾ ਅਗਲੀ ਵਾਰ ਇਕਨੋਮੀ ਦੇ 25 ਕੁਐਸਚਨ ਆਏ ਹੋਣ, ਬਟ ਮਾਈ ਪੁਆਇੰਟ ਇਜ਼ ਦੈਟ ਇਟ ਇਜ਼ ਓਨਲੀ ਥਰੂ MCQs ਯੂ ਪ੍ਰੈਕਟਿਸ। ਇਦਾਂ ਨਹੀਂ ਹੁੰਦਾ ਬੱਚੇ ਵੀ ਪਹਿਲਾਂ ਮੈਂ ਸਾਰਾ ਪੜ੍ਹਨਾ, ਫਿਰ ਇੱਕ ਦਿਨ ਆਏਗਾ ਜਿਸ ਦਿਨ ਜੋ ਕੁਝ ਪੜ੍ਹਨ ਯੋਗ ਸੀਗਾ ਉਹ ਮੈਂ ਪੜ੍ਹ ਲਿਆ, ਹੁਣ ਮੈਂ MCQs ਦੀ ਪ੍ਰੈਕਟਿਸ ਕਰਾਂ। ਯੂ ਗਰੋ ਥਰੂ MCQs, ਯੂ ਡੂ ਨਾਟ ਗਰੋ ਫॉर MCQs। ਸੋ ਸਟਾਰਟ ਵਿਦ MCQs ਵਿਦ ਇਮੀਡੀਏਟ ਇਫੈਕਟ। ਬਟ ਇਹਦਾ ਫਾਇਦਾ ਕੀ ਹੈ? ਮੰਨ ਲਓ ਤੁਸੀਂ 10 ਦਿਨ ਜੀਓਗ੍ਰਾਫੀ ਦੇ MCQs ਕੀਤੇ, ਤੁਹਾਨੂੰ ਲੱਗਿਆ ਇਹ ਤਾਂ ਫਾਈਨ ਹੈ, ਇਹ ਤਾਂ ਮੈਂ ਕਰ ਲਿਆ ਚੰਗੀ ਤਰ੍ਹਾਂ, ਮੈਨੂੰ ਆਉਂਦੀ ਵੀ ਸੀਗੀ, ਮੈਂ ਪੜ੍ਹਿਆ ਵੀ ਹੋਇਆ, ਮੈਂ ਨਾਲ ਵੀ ਪੜ੍ਹ ਲਿਆ, ਜੀਓਗ੍ਰਾਫੀ ਇਜ਼ ਸੌਰਟਡ। ਫਿਰ ਆਪਾਂ ਇਕਨੋਮੀ ਦੇ MCQ ਸ਼ੁਰੂ ਕੀਤੇ, 10 ਦਿਨ ਅਸੀਂ MCQs ਕਰ ਰਹੇ ਹਾਂ ਇਕਨੋਮੀ ਦੇ। ਵਾਈਲ ਵੀ ਆਰ ਡੂਇੰਗ ਦਿਸ ਯੂ ਰਿयलाइज कि यार इकोनॉमी थोड़ी वीक है, थोड़ा संघर्ष हो रहा है, वी आर स्ट्रगलिंग विद इट, देन यू विल हैव टाइम। ਆਪਣੇ ਕੋਲ ਟਾਈਮ ਹੋਗਾ ਵੀ ਚੱਲ ਯਾਰ ਹੁਣ ਮੈਂ MCQ ਕਰ ਲਏ 500, ਇਹ ਮੇਰੇ ਕੋਲ ਨੋਟਸ ਪਏ ਨੇ, ਮੈਂ ਇਹਨੂੰ ਦੁਬਾਰਾ ਰਿਵਾਈਜ਼ ਕਰ ਲਾਂ। ਉਹੀ ਸਟ੍ਰੈਟਜੀ ਕਾਮਯਾਬ ਹੈ ਜਿਹਦੇ ਵਿੱਚ ਨਾ ਆਪਣੇ ਕੋਲ ਕੋਰਸ ਕਰੈਕਸ਼ਨ ਦਾ ਟਾਈਮ ਰਹੇ। ਇਸ ਕਰਕੇ ਮੇਰੇ ਕੋਲ ਹੀ ਬਹੁਤ ਸਾਰੇ ਸਟੂਡੈਂਟਸ ਨੇ ਆ ਕੇ ਇਹ ਕਿਹਾ ਵੀ ਸਰ ਹੁਣ ਤਾਂ 90 ਦਿਨ ਹੈਗੇ, ਆਖਰੀ ਦੇ ਮਹੀਨੇ 30 ਦਿਨ 45 ਦਿਨਾਂ ਦੇ ਵਿੱਚ ਦੇਖਾਂਗੇ ਵੀ ਕੀ ਕਰਨਾ ਹੈ। ਇਹ ਦਿਸ ਇਜ਼ ਸਟੂਪਿਡਿਟੀ। 90 ਡੇਜ਼ ਹੈਗੇ ਨੇ, ਗੋ ਫॉर ਇਟ, ਆਪਣਾ ਬੈਸਟ ਦਿਓ ਅਗਲੇ 90 ਦਿਨ। ਸੋ हिस्ट्री, जोग्राफी, इकोनॉमी, पॉलिटी, एनवायरमेंट, जर्नल साइंस, साइंस एंड टेक। हिस्ट्री दे विच भी एंशिएंट, मिडीवल, मॉडर्न। जोग्राफी दे विच इंडियन जोग्राफी ते वर्ल्ड जोग्राफी। एंड सेम इज ट्रू अबाउट करंट अफेयर्स। करंट अफेयर्स चंगी तरह करो, एंड रीजनिंग एंड क्वांट। सो वी विल कवर in 90 days thousands and thousands of MCQs with you in this module, both online and offline। ਇਹਦੇ ਥਰੂ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਦਾ ਪੇਪਰ ਹੈ, ਨਾ ਪਿਛਲੀ ਵਾਰ ਸੀਗਾ ਨਾ ਇਸ ਵਾਰ ਹੈ। ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਵੀ ਬਸ ਇਸ ਵਾਰ ਸਾਰਾ ਜਿਹੜਾ ਪ੍ਰੋਸੈਸ ਹੈ ਉਹ ਫੇਅਰ ਰਹੇ ਤੇ ਉਮੀਦ ਤੇ ਦੁਨੀਆ ਕਾਇਮ ਹੈ। ਆਫਲਾਈਨ ਲਈ ਬੱਚੇ ਸਾਡੇ ਕੋਲ ਓਨਲੀ 100 ਸੀਟਸ ਆਰ ਅਵੇਲੇਬਲ, so if you want to come here you should get in touch with us as soon as possible। the program will start on 20th of this month। 20 ਮਾਰਚ ਤੋਂ ਸਟਾਰਟ ਹੋਏਗਾ, 17 ਦੇ ਨੇੜੇ ਤੇੜੇ ਤੱਕ ਇਹ 17-18 ਜੂਨ ਤੱਕ ਇਹ ਪ੍ਰੋਗਰਾਮ ਚੱਲੇਗਾ। ਇਹਦੇ ਵਿੱਚ ਹੀ ਤੁਹਾਡੀ ਟੈਸਟ ਸੀਰੀਜ਼ ਇੰਕਲੂਡਡ ਹੈ, ਇਹਦੇ ਵਿੱਚ ਹੀ MCQs ਇੰਕਲੂਡਡ ਨੇ, ਇਸੇ ਦੇ ਵਿੱਚ ਹੀ ਤੁਹਾਡੇ ਡਾਊਟ ਸੈਸ਼ਨਸ ਇੰਕਲੂਡਡ ਨੇ। ਆਨਲਾਈਨ ਆਫਲਾਈਨ ਤੁਸੀਂ ਜੋ ਮਰਜ਼ੀ ਕਰੋ, ਫੀਸ ਸਟੈਂਡਰਡ ਹੈ 999 ਰੁਪੀਜ਼, 999 ਰੁਪਏ 3 ਮਹੀਨਿਆਂ ਦੀ ਫੀਸ ਹੈ। ਤੁਸੀਂ ਆਓ, ਚੰਗੀ ਤਰ੍ਹਾਂ ਇਸ ਪੇਪਰ ਦੀ ਤਿਆਰੀ ਕਰੋ। ਇੱਥੇ ਆ ਜਾਓਗੇ, ਮਾਹੌਲ ਬਣ ਜਾਏਗਾ, ਮਾਹੌਲ ਦੇ ਥਰੂ ਤਿਆਰੀ ਹੋ ਜਾਏਗੀ। ਪਿਛਲੀ ਵਾਰ ਵੀ ਮੈਂ ਸਟੂਡੈਂਟਸ ਨੂੰ ਬੁਲਾਇਆ ਸੀਗਾ ਇੱਥੇ, ਆਨਲਾਈਨ ਵੀ ਸੇਮ ਫੀਸ ਹੈ, ਆਫਲਾਈਨ ਵੀ ਸੇਮ ਫੀਸ ਹੈ, ਬਟ offline we only have 100 seats। online of course you can join whenever you want। wish you all the best। ਜੇ ਕੋਈ ਵੀ ਤੁਹਾਨੂੰ ਡਾਊਟ ਹੈਗਾ ਨਾਇਬ ਤਹਿਸੀਲਦਾਰ ਤੋਂ ਰਿਲੇਟਡ ਤਾਂ feel free to get in touch with us। we will try our best to help you। and as I said in the beginning, just because ਤੁਸੀਂ ਕਿਸੇ ਚੀਜ਼ ਲਈ
ਕਾਫੀ ਦੇਰ ਤੋਂ ਵੇਟ ਕਰ ਰਹੇ ਹੋ ਤੇ ਫਿਰ ਉਸ ਤੋਂ ਬਾਅਦ ਉਸ ਐਗਜ਼ਾਮ ਦੇ ਵਿੱਚ ਕੋਈ ਗੜਬੜੀ ਹੋ ਜਾਂਦੀ ਹੈ, ਡੀਮੋਟੀਵੇਟ ਨਾ ਹੋ, ਡੀਮੋਰਲਾਈਜ਼ ਨਾ ਹੋ। ਉਸ ਡੀਮੋਟੀਵੇਟ ਹੋ ਕੇ ਜਾਂ ਡੀਮੋਰਲਾਈਜ਼ ਹੋ ਕੇ ਵੀ ਕੁਝ ਨਹੀਂ ਅਚੀਵ ਹੋ ਰਿਹਾ, ਜੇ ਮੋਟੀਵੇਟ ਹੋ ਕੇ ਜਾਂ ਪੋਜ਼ਿਟਿਵ ਹੋ ਕੇ ਕੁਝ ਨਹੀਂ ਅਚੀਵ ਹੋ ਰਿਹਾ ਤਾਂ ਇਦਾਂ ਵੀ ਕੁਝ ਨਹੀਂ ਅਚੀਵ ਹੋ ਰਿਹਾ। ਬਟ ਹਰਿਆਣਾ SCS ਦਾ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਕਿ ਉਹੀ ਸਟੂਡੈਂਟ ਨੇ ਦੁਬਾਰਾ, ਉਹਨਾਂ ਹੀ ਸਟੂਡੈਂਟਸ ਨੇ ਦੁਬਾਰਾ ਪੇਪਰ ਕਲੀਅਰ ਕੀਤਾ ਹੋਣਾ ਨਾ ਜਿਹੜੇ ਪਹਿਲੇ ਅਟੈਂਪਟ ਦੇ ਵਿੱਚ ਡੀਮੋਰਲਾਈਜ਼ ਨਹੀਂ ਹੋਏ। ਬੜੇ ਮੇਰੇ ਵਰਗੇ ਹੋਣਾ ਜਿਹਨਾਂ ਨੂੰ ਲੱਗਿਆ ਹੋਣਾ ਵੀ ਲੈ ਯਾਰ ਇਹ ਪੇਪਰ ਦਾ ਕੀ ਫਾਇਦਾ ਹੋਇਆ, ਇਹ ਤਾਂ ਪੇਪਰ ਰੀਕੰਡਕਟ ਹੋ ਰਿਹਾ ਹੈ, ਅੱਗੇ ਵੀ ਇੱਦਾਂ ਹੋ ਜਾਣਾ ਹੈ, ਪਿੱਛੇ ਵੀ ਇੱਦਾਂ ਹੋ ਜਾਣਾ ਹੈ। ਲੈਟਸ ਨੋਟ ਗੈਟ ਇਨਟੂ ਆਲ ਆਫ दैट, ਜਸਟ ਫੋਕਸ ਆਪਣੀ ਮੈਂਟਲ ਸਪੇਸ ਪੇਪਰ ਦੇ ਉੱਤੇ ਲੈ ਕੇ ਆਓ। ਅਗੇਨ PPSC ਦਾ ਪੇਪਰ ਹੈ, PPSC ਦਾ ਪੇਪਰ ਡਿਫਰੈਂਟ ਹੁੰਦਾ ਹੈ PSSB ਦੇ ਪੇਪਰਾਂ ਤੋਂ, ਇਨ ਦਾ ਸੈਂਸ ਕਿ ਸਿੱਧੇ ਕੁਐਸਚਨਸ ਨਹੀਂ ਆਉਂਦੇ, ਸਿੰਪਲ ਫੈਕਟ ਨਹੀਂ ਆਉਂਦਾ, ਥੋੜਾ ਲੌਜਿਕ ਵੀ ਅਪਲਾਈ ਹੁੰਦਾ ਹੈ, ਬ੍ਰੇਨਸ ਵੀ ਆਪਣੀ ਮੈਂਟਲ ਫੈਕਲਟੀ ਵੀ ਅਪਲਾਈ ਹੁੰਦੀ ਹੈ ਤੇ ਆਪਸ਼ਨਸ ਵੀ ਥੋੜੀ ਟਵਿਸਟਡ ਆ ਸਕਦੀਆਂ ਨੇ। ਇਸ ਕਰਕੇ ਲੈਵਲ ਚੰਗਾ ਰੱਖਣਾ ਆਪਾਂ। ਐਂਡ ਜੇ CBL ਨੇ ਪੰਜਾਬ PCS ਦੇ ਵਿੱਚ ਰੈਂਕ 1 ਦਿੱਤਾ, ਅਗਲੇ ਸਾਲ ਹਰਿਆਣਾ HCS ਦੇ ਵਿੱਚ ਰੈਂਕ 1 ਦਿੱਤਾ, ਤਾਂ ਕੁਝ ਤਾਂ ਠੀਕ ਕਰ ਹੀ ਰਹੇ ਹੋਣੇ ਸੀ। ਇਸ ਕਰਕੇ ਆ ਜਾਓ, ਵਧੀਆ ਤਰੀਕੇ ਨਾਲ ਤਿਆਰੀ ਕਰਾਂਗੇ। ਆਲ ਦਾ ਬੈਸਟ।